जी माशाल्लाह है तुम देखोगे तंदुरुस्त पौधा नाले तुम दिखाने हैं बीमार पौधा। यह है बीमार पौधा। अज साडी गल करने का टॉपिक है सारा वैसे बीमारी ते इहदे हल ते बच सकदा नहीं बच सकदा सारी इस ते गल करां। एक होर पौधा देख लो जी, फल की देने अखीर की ये भी तुहानूं वजह दसांगे क्यों इतने दिन फल चुक्या। पत्ते ने अपने गिरा दिते ते यह है देखो सारे पत्ते थल्ले किवें गिरे हुए, ठीक है ना जी। अस्सलाम वालेकुम दोस्तों, तुहाडा मेज़बान हाफिज़ विकास अज एक नए टॉपिक दे नाल तुहाडे खिदमत च हाज़र है जी। अज असीं गल करांगे दो बीमारियां सिट्रस दियां जिहड़ियां कि शदीद साडे मसाइल पैदा करन विच इनदा अमल दखल हुंदा। वो कुछ पत्तियां तो लगदी कोई जड़ां तो लगदियां ते जिमीदार नूं पता नहीं चलदा, वो बेचारा दिन ब दिन अपने जिहड़े बाग उन पिछे लैके जांदा ते फिर नवां पौधा लांदा, फिर 5-7 साल बाद उही मसला उत्थे ही घिरिया रहिंदा। अज असीं गल करांगे साइंसी तरीके नाल तुसीं किस तरह कंट्रोल कर सकते हो, कैमीकल तरीके नाल किस तरह बीमारी नूं कंट्रोल कर सकते हैं, तो तुसीं इहनूं कल्चरल कंट्रोल रवायती अंदाज नाल तुसीं किस तरह कंट्रोल कर सकते हो। ये दो पौधे तुहानूं मैं दिखाया, एक तंदुरुस्त एक बीमार है। बीमार विच हुण दो तरह दी बीमारियां, एक है डिप्लोडिया दी मरीज़, एक है फाइटोप्थरा दी मरीज़। हुण डिप्लोडिया की है ये तुहानूं दस दिंदे, फाइटोप्थरा की है तुहानूं दस दिंदे। जिहड़ी बीमारी तुहाडे पत्तियां तो लगे, पत्ते पहले पीले होण, मुड़न, मुड़ के गिरन, शाखां सुक्कण, वो हुंदी डिप्लोडिया दी मर्ज़। ते उहनूं किवें कंट्रोल करना वो भी तुहानूं दसदे हैं। दूसरे नंबर ते जिहड़ी है फाइटोप्थरा ये लगदी है जड़ तो, जड़ तुहाडी सुकेगी, गलेगी, सड़ेगी, जिस तो पौधा डैमेज होएगा। दो ही बीमारियां सिट्रस नूं मेन खांदियां, जिहड़ी कि जिम्मेदार नूं हजे तक पता नहीं लगे। उत्तों स्प्रे बेचारे करते रहंदे है, वो नहीं देखते है भी ये बीमारियां भी कुछ इन्ना नुकसान करनगियां, जिहड़ा कि बहुत ही शदीद नुकसान करदियां। खास तौर ते ये नमी जदों हुंदी है, तुहाडी ज़मीन जिहड़ी नमी रखदी है उहदे विच तां शदीद हालत विच अटैक करदियां। हुण असीं गल कर लैंदे जिहड़ी है डिप्लोडिया, ਉਹਦਾ कल्चरल कंट्रोल की। ਉਹਦਾ कल्चरल कंट्रोल ये है कि ਉਹਨੂੰ ਤੁਸੀਂ ਉੱਤੋਂ ਦੀ ਪਾਣੀ ਸਪ੍ਰਿੰਕਲਿੰਗ ਅੰਦਾਜ਼ 'ਚ ਨਹੀਂ ਦੇਣਾ, ਤੁਸੀਂ ਉਹਨੂੰ ਫਲੱਡ ਕਰਕੇ ਪਾਣੀ ਲਾਣਾ, ਜਿਹੜਾ ਕਿ ਅਸੀਂ ਪਹਿਲੇ ਹੀ ਕਰਦੇ ਹਾਂ। ਇਹਦੇ ਵਿੱਚ ਕੋਈ ਐਸੀ ਕੋਈ ਨਵੀਂ ਗੱਲ ਅਸੀਂ ਨਹੀਂ, ਸਾਇੰਸ ਨੇ ਸਾਨੂੰ ਦੱਸੀ, ਠੀਕ ਹੋ ਗਿਆ ਜੀ। ਅਸੀਂ ਉੱਤੋਂ ਕੋਸ਼ਿਸ਼ ਕਰਨੀ ਹੈ, ਕੁਛ ਹੁੰਦੇ ਏਰੀਆ 'ਚ ਕਰਦੇ ਪਰ ਜ਼ਿਆਦਾ ਡ੍ਰਿਪ ਚੱਲਦੀ ਹੈ ਜਾਂ ਫਲੱਡਿੰਗ ਚੱਲਦੀ ਹੈ, ਪਾਣੀ ਇਹ ਤਰੀਕੇ ਚੱਲਦੇ ਆ, ਠੀਕ ਹੋ ਗਿਆ ਜੀ, ਇਹ ਤਾਂ ਕੰਮ ਸਮਝ ਆ ਗਈ। ਦੂਸਰਾ ਨੰਬਰ 'ਤੇ ਕੀ ਕਰਨਾ, ਤੁਸੀਂ ਉਹਨੂੰ ਉਹਦੀ ਜਿਹੜੀ 1 ਫੁੱਟ ਛੱਡ ਕੇ ਜੜ੍ਹ ਦੇ ਇਰਦ ਗਿਰਦ ਤੁਸੀਂ ਪਾਣੀ ਉਹਨੂੰ ਡਾਇਰੈਕਟ ਟੱਚ ਨਾ ਕਰੇ। ਇੱਕ ਚੀਜ਼ ਇਹ ਤਾਂ ਸਾਰੇ ਨੂੰ ਨਾ ਬਿਮਾਰ ਹੋਏ ਪੌਦਾ ਤਾਂ ਵੀ ਉਹਦੇ ਵਾਸਤੇ ਇਹੀ ਪ੍ਰੀਕਾਸ਼ਨ ਹੈ, ਤੁਸੀਂ ਇਹ ਕਰਨਾ। ਤੀਸਰਾ ਨੰਬਰ ਤੁਸੀਂ ਉਹਨੂੰ ਕੰਟਰੋਲ ਕਿਵੇਂ ਕਰਨਾ, ਚਾਹੇ ਡਿਪਲੋਡੀਆ ਹੋਵੇ ਚਾਹੇ ਫਾਈਟੋਪਥਰਾ ਹੋਵੇ, ਕੰਟਰੋਲ ਉਹਨੂੰ ਸ਼ੁਕਰ ਕਰੋ ਇੱਕੋ ਸਪਰੇਅ ਨਾ ਹੋਣਾ। ਉਹ ਚਾਹੇ ਉਹ ਬਿਮਾਰੀ ਤੇ ਚਾਹੇ ਉਹ ਬਿਮਾਰੀ, ਤੁਹਾਨੂੰ ਆਪਸ ਝਗੜਨ ਦੀ ਸਮਝਣ ਦੀ ਪਰੇਸ਼ਾਨੀ ਲੈਣ ਦੀ ਲੋੜ ਕੋਈ ਨਹੀਂ। ਕਾਪਰ ਬੇਸ ਫੰਜੀਸਾਈਡ ਲੈਣੀ ਹੈ ਮੇਰਾ ਵੀਰ, ਉਹ ਤੁਸੀਂ 15 ਗ੍ਰਾਮ ਥੱਲੇ ਪਾਣੀ ਹੈ ਫੀ ਪੌਦੇ ਨੂੰ। ਜਿਹੜਾ ਕੋਈ 5-7 ਸਾਲ ਦਾ ਪੌਦਾ ਹੈ ਉਹਨੂੰ ਪਾਣੀ ਤੁਸੀਂ 20 ਗ੍ਰਾਮ ਤੱਕ ਪਾ ਸਕਦੇ ਹੋ, 15 ਤੋਂ 20 ਗ੍ਰਾਮ। ਜ਼ਿਆਦਾ ਹੀ ਪਾ ਦਿਓ, ਕੋਈ ਨਹੀਂ, ਨਾ ਕਰਨ ਲੱਗਾ, ਪਰ ਉਹ ਮਹਿੰਗੀ ਹੋ ਜਾਣੀ ਨਾ, ਇਸ ਲਈ 15 ਤੋਂ 20 ਗ੍ਰਾਮ ਫੀ ਪੌਦੇ ਤੁਸੀਂ ਪਾਓਗੇ, ਤੁਹਾਡਾ ਪੌਦਾ ਇਨਸ਼ਾਅੱਲਾ ਪੈਰਾਂ 'ਤੇ ਆ ਜਾਏਗਾ, ਬਿਮਾਰੀ ਉੱਥੇ ਰੁਕ ਜਾਏਗੀ। ਫਿਰ ਤੁਸੀਂ 3-4 ਮਹੀਨੇ ਬਾਅਦ ਫਿਰ ਇਹ ਪ੍ਰੋਸੈਸ ਕਰੋਗੇ, ਇਨਸ਼ਾਅੱਲਾ ਪੌਦਾ ਤੁਹਾਡੀਆਂ ਨਵੀਆਂ ਸ਼ਾਖਾਂ ਕੱਢਣ ਲੱਗ ਪਏਗਾ। ਯਕਦਮ ਇਹ ਨਹੀਂ ਬਿਮਾਰ ਹੋਇਆ ਹੁੰਦਾ, ਸਾਲਾਂ 'ਚ ਪੌਦਾ ਤੁਸੀਂ ਕਹਿੰਦੇ ਤੰਦਰੁਸਤ ਕਰ ਦਿਓ ਸਾਡੇ ਮਿੰਟਾਂ 'ਚ ਪੌਦਾ, ਇਵੇਂ ਨਹੀਂ ਹੁੰਦਾ। ਬਿਮਾਰ ਸਾਲਾਂ 'ਚ ਹੋਇਆ, ਠੀਕ ਹੋਏਗਾ, ਮਹੀਨਿਆਂ 'ਚ ਤਾਂ ਕਮ ਤੋਂ ਕਮ ਹੋਏਗਾ। ਉਹਨੂੰ ਤੁਸੀਂ ਪ੍ਰੋਸੈਸ ਜਦ ਤੱਕ ਰਿਪੀਟ ਨਹੀਂ ਕਰੋਗੇ ਉਹ ਤੁਹਾਡਾ ਕੰਮ ਨਹੀਂ ਹੋਏਗਾ। 15 ਤੋਂ 20 ਗ੍ਰਾਮ ਕਾਪਰ ਬੇਸ ਫੰਜੀਸਾਈਡ, ਕਾਪਰ ਆਕਸੀਕਲੋਰਾਈਡ ਪਲੱਸ ਕਸੂਗਾਮਾਈਸਿਨ ਪੋਜਿੰਗ ਸਟਾਰ ਦੇ ਨਾਂ 'ਤੇ ਮਿਲਦਾ ਮਾਰਕੀਟ ਵਿੱਚ, ਉਹ ਤੁਸੀਂ ਲੈ ਲਓਗੇ। ਚਾਹੇ ਤੁਸੀਂ ਹੋਰ ਕੋਈ ਵੀ ਕਾਪਰ ਬੇਸ ਫੰਜੀਸਾਈਡ ਜਿਹੜੀ ਉਹ ਲੈ ਕੇ ਤਾਂ ਤੁਸੀਂ ਉਹਨੂੰ ਥੱਲੇ ਪਾ ਦੋਗੇ। ਪਾਣਾ ਕਿਵੇਂ, ਇਕੱਲਾ 15-20 ਗ੍ਰਾਮ ਨੂੰ ਕਿਵੇਂ ਪਾਈਏ, ਥੱਲੋਂ ਪਹਿਲੇ ਬੂਟਾ ਸਾਫ਼ ਕਰ ਲੈਣਾ, ਜਿਹੜੀ ਵੀ ਖੁਰਾਕ ਨਾਲ ਪਾਣੀ ਹੈ, ਨੈਟਰੋ ਪਾਓ, ਗੁਆਰਾ ਪਾਓ, ਜੋ ਪਾਣੀ ਹੈ ਉਹ ਪਾ ਕੇ। ਪਰ ਅੱਜ ਕੱਲ੍ਹ ਇੱਕ ਖਿਆਲ ਰੱਖਣਾ, ਅੱਜ ਕੱਲ੍ਹ ਤੁਸੀਂ ਤੁਸੀਂ ਉਹ ਫਾਸਫੋਰਸੀ ਖਾਦ ਤਾਂ ਦੇ ਸਕਦੇ ਹੋ, ਯੂਰੀਆ ਤੁਸੀਂ ਨਾਈਟ੍ਰੋਜਨ ਨਹੀਂ ਦੇਣੀ, ਕਿਉਂਕਿ ਅੱਜ ਕੱਲ੍ਹ ਪੌਦਾ ਸ਼ਾਖਾ ਨਹੀਂ ਮਾਰਦਾ। ਅੱਜ ਕੱਲ੍ਹ ਤੁਸੀਂ ਇਹਨੂੰ ਤੁਸੀਂ DAP ਦੇ ਨਾਲ ਮਿਲਾ ਕੇ ਤੁਸੀਂ ਥੱਲੇ ਪਾ ਦੇਣਾ, ਬੜਾ VIP ਟਾਈਮ ਹੈ। ਅਤੇ ਤੁਸੀਂ DAP ਅਤੇ ਨਾਲ ਤੁਸੀਂ 15-20 ਗ੍ਰਾਮ ਫੀ ਪੌਦੇ ਡੋਜ਼ बढ़ा ਕੇ, ਜਿਹੜੀ ਹੈ DAP 1 ਕਿਲੋ ਪਾਓ, ਉਹ ਜਿੰਨਾ ਤੁਸੀਂ ਪੌਦੇ ਦੇ ਸਾਈਜ਼ ਦੇਖੋਗੇ 2 ਕਿਲੋ ਫਰਦੇ 2 ਕਿਲੋ ਪਾ ਲਓ, ਫੁੱਲ ਬੜਾ ਹੈ ਤੁਸੀਂ, ਪਰ 1 ਕਿਲੋ ਤੋਂ ਕਮ ਪਾਓ। ਜ਼ਿਮੀਦਾਰ ਜਿਹੜਾ ਸਾਰੇ ਗੱਲ ਇੰਨਾ ਖਰਚਾ ਵੀ ਨਾ ਫਿਰ ਕਰਦਾ। 1 ਕਿਲੋ DAP ਨਾਲ 15 ਤੋਂ 20 ਗ੍ਰਾਮ ਇਹ ਮਿਲਾ ਕੇ ਥੱਲੇ ਸਾਫ਼ ਪਹਿਲੇ ਕਰਕੇ, ਉਹਨੂੰ ਸਾਫ਼ ਇਹ ਨਹੀਂ ਵੀ ਗੋਡੀ ਜਾਣਾ, ਉਹਨੂੰ ਸਿਰਫ ਖਿੱਚਣਾ ਹੈ ਥੱਲੋਂ, ਗੰਦ ਨੂੰ ਖਿੱਚ ਕੇ ਇਹ ਥੱਲੇ ਸਿੱਟ ਕੇ ਸਾਰਾ, ਫਿਰ ਪੰਜੀ ਮਾਰ ਦੇਣੀ ਤਾਂ ਕਿ ਥੱਲੋਂ ਜਾਲਾ ਨਾ ਟੁੱਟੇ, ਹਲਕੀ ਹਲਕੀ ਪੰਜੀ ਮਾਰ ਲੈਣੀ ਤਾਂ ਕਿ ਤੁਹਾਡੀ ਦਵਾਈ ਤੁਹਾਡੀ ਉੱਥੇ ਮੌਜੂਦ ਰਹੇ। ਸਾਰੇ ਪੌਦੇ ਨੂੰ ਨਹੀਂ ਕਰ ਸਕਦੇ ਹੋ, ਅਤੇ ਜਿਹੜੇ ਬਿਮਾਰ ਆ ਉਹਨਾਂ ਨੂੰ ਚੁਣ ਲਓ। 100 ਪੌਦੇ ਆ, 50 ਪੌਦੇ ਆ, ਜਿੰਨੇ ਪੌਦੇ ਹੋ ਚੁਣ ਕੇ ਉਹਨਾਂ ਨੂੰ ਇਹ ਕੰਮ ਕਰੋ, ਲਾਜ਼ਮੀ ਕਰੋ। ਅਤੇ ਜਿਹੜੇ ਦੂਸਰਿਆਂ ਨੂੰ ਤੁਸੀਂ ਕਰਨੀ ਹੈ ਨਿਗਹਦਾਸ਼ਤ, ਉਹ ਤੁਹਾਡੇ ਨਾਲ ਨਵੀਂ ਅਸੀਂ ਇੱਕ ਵੀਡੀਓ ਤੁਹਾਡੇ ਨਾਲ ਮਿਲਾਂਗੇ, ਉਹ ਤੁਹਾਨੂੰ ਦੱਸਾਂਗੇ
ਉਹ ਕਿਹੜੀ ਫਰਟੀਲਾਈਜ਼ਰ ਪਾਣੀ ਤੇ ਕਦੋਂ ਪਾਣੀ ਹੈ, ਉਹ ਤੁਸੀਂ ਉਹਦੇ ਨਾਲ ਮਿਲਾ ਕਰੋਗੇ। ਇਨਸ਼ਾਅੱਲਾ ਫਾਈਟ ਆਫ ਦਾ ਡਿਪਲੋਡੀਆ ਤੁਹਾਡੀ ਬਿਮਾਰੀ ਨੇੜੇ ਨਹੀਂ ਆਏਗੀ ਬਾਗ ਦੇ, ਅਗਰ ਤੁਸੀਂ ਇਹ ਚੀਜ਼ ਕਰ ਲੋਗੇ, ਇਹ ਕੰਮ ਕਰ ਲੋਗੇ। ਥੱਲੋਂ ਵੀ ਪਾਣੀ ਹੈ, ਉੱਤੋਂ ਵੀ ਸਪਰੇਅ ਕਰਨੀ ਹੈ ਕਾਪਰ ਦੀ, ਉੱਤੋਂ ਸਪਰੇਅ ਤੁਸੀਂ ਕਾਪਰ ਆਕਸੀਕਲੋਰਾਈਡ ਪਲੱਸ ਸੁਗਾਮੈਸਿਨ ਦੀ ਇਹ ਤੁਸੀਂ 250 ਗ੍ਰਾਮ ਕਰ ਲਓ, 500 ਗ੍ਰਾਮ ਕਰ ਲਓ। ਉਹ ਜਿਹੜੀ ਮੈਂ ਪਹਿਲੇ ਪਿਛਲੀ ਵੀਡੀਓ 'ਚ ਵੀ ਤੁਹਾਨੂੰ ਦੱਸਿਆ ਸੀਗਾ ਕਿ ਤੁਸੀਂ ਉਹਨੂੰ ਸਪਰੇਅ ਕਰਨੀ ਹੈ। ਇੱਕ ਤਾਂ ਕਟਾਈ ਹੋ ਰਹੀ ਹੁੰਦੀ ਹੈ, ਕਟਾਈ ਤੋਂ ਫੌਰੀ ਬਾਅਦ ਵੀ ਉਹ ਕੰਮ ਕਰ ਜਾਂਦੀ। ਬਾਕੀ ਆਖਰ ਤੇ ਤੁਹਾਨੂੰ ਪੌਦਾ ਇੱਕ ਹੋਰ ਮਜ਼ੀਦ ਦਿਖਾ ਦੇਵਾਂ ਜਿਹੜਾ ਹਜੇ ਬਿਮਾਰ ਹੋਣ ਸ਼ੁਰੂ ਹੋਇਆ, ਪੱਤੇ ਯੈਲੋਇਸ਼ ਹੋਣੇ ਸ਼ੁਰੂ ਹੋ ਗਏ, ਜਿਹੜੀ ਮੈਂ ਤੁਹਾਨੂੰ ਨਿਸ਼ਾਨੀ ਦਿੱਤੀ ਉਵੇਂ ਹੀ ਆ, ਪੀਲੇ ਹੋਣੇ ਸ਼ੁਰੂ ਹੋ ਗਏ ਆ, ਗਿਰਨੇ ਸ਼ੁਰੂ ਹੋ ਗਏ ਆ। ਇਹ ਵੀ ਦੂਸਰੀ ਨਿਸ਼ਾਨੀ ਹੈ ਡਿਪਲੋਡੀਆ ਦੀ। ਇਫੈਕਟਡ ਉਹਦੀਆਂ ਬ੍ਰਾਂਚਿਸ ਹੋ ਗਈਆਂ, ਉਹਦੀ ਕਿ ਜਿਹੜੀਆਂ ਕਿ ਸ਼ਾਖਾਂ ਹੈ ਉਹ ਬਿਲਕੁਲ ਸੁੱਕਣ ਲੱਗ ਪਈਆਂ, ਠੀਕ ਹੈ ਨਾ ਜੀ। ਤੇ ਇਹ ਤੁਹਾਡੇ ਸਾਹਮਣੇ ਆ ਅਫੈਕਟਡ ਜਿਹੀਆਂ ਬ੍ਰਾਂਚਾਂ ਹੋ ਗਈਆਂ, ਜੇ ਨਿਸ਼ਾਨੀਆਂ ਨੇ ਡਿਪਲੋਡੀਆ ਦੀ। ਇਹਨੂੰ ਭਾਈ ਜਿਸ ਟਾਈਮ ਵੀ ਫਲ ਤੁਸੀਂ ਜਾਂ ਤੋੜ ਲੈਣਾ, ਤੋੜ ਕੇ ਤੈਨੂੰ ਸਪਰੇਅ ਕਰਨੀ ਹੈ ਪਹਿਲੇ, ਉਸ ਤੋਂ ਬਾਅਦ ਤੁਸੀਂ ਉਹਨੂੰ ਮੇਰਾ ਵੀਰ ਉਹ ਥੱਲੋਂ ਤੁਸੀਂ ਉਹ ਪਾਏਗੋ ਕਾਪਰ ਬੇਸ ਫੰਜੀਸਾਈਡ ਦੇ ਆਪਣਾ ਤੇ ਆਪਣੀ ਫਸਲਾਂ ਦਾ, ਆਪਣੇ ਬਾਗਾਂ ਦਾ, ਤਾਂ ਸਾਡੇ ਇਸ ਚੈਨਲ ਦਾ ਖਿਆਲ ਰੱਖਣਾ। ਇਨਸ਼ਾਅੱਲਾ ਜੀ ਫਿਰ ਮਿਲਾਂਗੇ। ਹਾਜ਼ਰ ਰਹੋ, ਵਾਜ਼ਦੇ ਰਹੋ, ਤੇ ਅੱਲਾ ਹਾਫਿਜ਼ ਜੀ। ਮੈਂ ਜ਼ਰਾ ਹੁਣ ਫਿਰ ਮਾਲਟਾ ਖਾ ਲਵਾਂ। ਬਹੁਤ ਸ਼ੁਕਰੀਆ।